ਰੇਟ ਜੀ 18-20 ਹਜ਼ਾਰ ਰੁਪਏ ਡੇਲੀ ਦੀ ਸੇਲ ਵੀ ਦੇਣੀ ਹੈ ਤੇ ਸੇਲ ਦੇ ਵਿੱਚ ਕਿੰਨੇ ਪਰਸੈਂਟ ਤੁਸੀਂ ਪ੍ਰੋਫਿਟ ਹੋਣੀ? 4-5 ਬੰਦਿਆਂ ਨਾਲ ਇੱਕ ਰੋਜ਼ਗਾਰ ਜੁੜ ਗਿਆ ਸਿਰਫ ਲੱਖ ਰੁਪਏ ਦੀ ਇਨਵੈਸਟਮੈਂਟ ਦੇ ਨਾਲ। ਉਹ ਕੰਮ ਜਿਹੜਾ ਲੋਕੀ ਸ਼ਰਮਾਉਂਦੇ ਨੇ ਇੱਥੇ ਕਰਨ ਤੋਂ ਉਹ ਉੱਥੇ ਖੁਸ਼ੀ ਨਾਲ ਕਰਦੇ ਨੇ ਜਾ ਕੇ। ਯਾਰ ਇੱਥੇ ਕਰ ਲਓ ਨਾ ਭਾਈ, ਇਹ ਹੁਣ ਤੁਹਾਡੇ ਸਾਹਮਣੇ ਹੈ ਕਿੰਨੀ ਇਨਵੈਸਟਮੈਂਟ ਤੇ ਕਿੰਨਾ ਕੰਮ। गला करसा खरियां साहब सच्चियां ते सुचिया अस्सलाम वालेकुम वीरो भराओ भैनों क्या हाल है? ठीक हो? राजी फाजी हो? कारबल साहब खैर खरीदे? ਅਸੀਂ ਆਪਣੇ ਪਾਕਿਸਤਾਨ ਛੋੜ ਕੇ ਜਿਸ ਟਾਈਮ ਦੂਸਰੇ ਮੁਲਕ ਵਿੱਚ ਵਿੰਨੇ ਆ, ਫਾਰ ਐਗਜ਼ਾਮਪਲ ਅਸੀਂ ਦੁਬਈ ਸਊਦੀ ਅਰਬ ਦੀ ਗੱਲਬਾਤ ਕਰ ਰਹੇ ਹਾਂ ਕਿ ਬਾਈ ਕ੍ਰਾਈਟੇਰੀਆ ਨਾਲ ਵੀਜ਼ਾ ਕਿੰਨਾ ਹੈ ਤੇ ਉਸ ਵੀਜ਼ੇ ਦੇ ਉੱਤੇ ਅਸਾਂ 5-7 ਲੱਖ 5-7-8 ਲੱਖ ਰੁਪਇਆ ਖਰਚ ਹੋ ਵੰਨਾ ਹੈ। ਔਰ ਉੱਥੇ ਮਿਲਣੇ ਤੋਂ ਬਾਅਦ ਜਿਹੜੀ ਤੁਸਾਂ ਦੀ ਇਨਕਮ ਸਟਾਰਟ ਹੋਣੀ ਹੈ ਮੇਰੇ ਖਿਆਲ ਦੇ ਮੁਤਾਬਕ ਕਿ 3-4 ਮਹੀਨੇ ਤੋਂ ਬਾਅਦ ਤੁਸਾਂ ਦੀ ਇਨਕਮ ਸਟਾਰਟ ਹੋਣੀ ਹੈ, ਠੀਕ ਹੈ। ਔਰ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਵੀਜ਼ੇ ਨੇ ਪੈਸੇ ਪੂਰੇ ਕਰਨੇ ਸਾਲ ਇੱਕ ਤੁਸਾਂ ਨਾਲ ਗੁਜ਼ਰ ਵੰਨਾ ਹੈ। ਮੈਂ ਸਹੀ ਪਿਆ ਨਾ ਗਲਤ ਪਿਆ ਨਾ ਕਮੈਂਟ ਵਿੱਚ ਤੁਸਾਂ ਲਾਜ਼ਮੀ ਦੱਸਣਾ ਹੈ। ਅਗਰ ਉਸ ਦਾ ਮੁਆਜ਼ਨਾ ਕਰਾਂ कि पाकिस्तान में रह के अगर काम करा तो असा नहीं कितना कुछ खर्चा हो वजना, कितनी कुछ इनकम हो वनी। माशाल्लाह जी अवैस भाई काफ़ी नामी ग्रामी शख्स ने और इन्हें फोटोग्राफिंग की फील्ड में काफ़ी ना कमाया पाया और उस तो बाद हट के इन्हें एक पार्ट टाइम बिजनेस स्टार्ट किया अपना गोल गप्पे ना स्टार्ट किया ने तो लोगों ने तो ऑलरेडी तुसा पढ़ा हो सी कि नागा बरोज़ जुम्मा, नागा बरोज़ एतवार, इन्होंने नागा बरोज़ मंगल होना ने। अस्सलाम वालेकुम। वालेकुम सलाम, क्या हाल है जी? मैं ठीक अल्हम्दुलिल्लाह, आप ही सुनो कैसे हो? बस ठीक ठाक खैरियत। ਇਹ ਕਿੰਨਾ ਟਾਈਮ ਹੋ ਗਿਆ ਨੇ ਸੈਟਅਪ ਸਟਾਰਟ ਕੀਤੇ? ਤਕਰੀਬਨ ਕਮਰਾਨ ਵੀ ਮਹੀਨਾ ਹੋਣ ਲੱਗਾ ਜੀ। ਮਹੀਨਾ ਹੋਣ ਲੱਗਾ। ਇਹ ਸੈਟਅਪ ਨੇ ਉੱਤੇ ਤੁਸੀਂ ਨਹੀਂ ਟੋਟਲੀ ਇਨਵੈਸਟਮੈਂਟ ਕਿੰਨੀ ਹੋਈ? ਕਮਰਾਨ ਵੀ ਇਸ ਉੱਤੇ ਟੋਟਲ ਸਾਰਾ ਕੁਝ ਮਿਲਾ ਮਿਲੂ ਕੇ ਮੈਂ ਬਹੁਤ ਵੀ ਖਰਚਾ ਪਾਵਾਂ ਤੇ ਲੱਖ ਤੋਂ ਥੱਲੇ ਬਸ ਲੱਖ ਨੇ ਆਸ-ਪਾਸ, ਲੱਖ ਤੋਂ ਉੱਤੇ ਨਹੀਂ। ਇਸ ਬਿਜ਼ਨਸ ਦੇ ਵਿੱਚ ਟੋਟਲ ਕਿੰਨੇ ਲੋਕਾਂ ਦੀ ਖਪਤ ਹੋ ਚੁੱਕੀ? ਵਰਕਰ ਕਿਤਨੇ? ਇਸ ਬਿਜ਼ਨਸ ਵਿੱਚ ਮੇਰੇ ਨਾਲ ਮਾਸ਼ਾਅੱਲਾ 3 ਲੋਕ ਕੰਮ ਕਰ ਰਹੇ ਨੇ ਔਰ ਜਿਸ ਵਿੱਚ ਲੇਡੀਜ਼ ਵੀ ਨੇ ਤੇ 2 ਲੜਕੇ ਵੀ ਨੇ। ਵੈਰੀ ਗੁੱਡ। ਤੇ ਉਹਨਾਂ 3 ਲੋਕਾਂ ਨਾਲ ਯਾਨੀ ਕਿ ਰੋਜ਼ਗਾਰ ਲੱਗਾ ਵਾ? ਇਸ ਤਰ੍ਹਾਂ ਹੀ ਹੈ, ਦੇਖੋ ਰੋਜ਼ਗਾਰ ਲੱਗਾ 1 ਲੱਖ ਤੋਂ ਇੱਕ ਕੰਮ ਸ਼ੁਰੂ ਹੋਇਆ ਉਸ ਨਾਲ 3 ਬੰਦੇ ਜੁੜ ਗਏ ਨੇ। ਅੱਛਾ 3 ਨਹੀਂ ਬਲਕਿ ਮੇਰਾ ਵੀ ਤੇ ਹੈ ਨਾ ਦੇਖੋ, ਤੇ ਬਾਕੀ ਉਨ 4-5 ਬੰਦਿਆਂ ਨਾਲ ਇੱਕ ਰੋਜ਼ਗਾਰ ਜੁੜ ਗਿਆ ਸਿਰਫ ਲੱਖ ਰੁਪਏ ਦੀ ਇਨਵੈਸਟਮੈਂਟ ਦੇ ਨਾਲ। ਵੈਰੀ ਗੁੱਡ। ਤੇ ਡੇਲੀ ਦੀ ਤੁਸੀਂ ਕੀ ਸਮਝਦੇ ਹੋ ਕਿੰਨੀ ਕੋਈ ਸੇਲ ਹੋਵੇ? ਨਹੀਂ ਕਮਰਾਨ ਵੀ ਇਸ ਨਹੀਂ ਡੇਲੀ ਨਹੀਂ ਸੇਲ, ਇੱਕ ਐਵਰੇਜ ਦੱਸਾਂ ਤੇ ਤਕਰੀਬਨ 18-20 ਹਜ਼ਾਰ ਰੁਪਏ ਤਕਰੀਬਨ। ਇਹ ਰੇਟ ਜੀ 18-20 ਹਜ਼ਾਰ ਰੁਪਏ ਡੇਲੀ ਦੀ ਸੇਲ ਵੀ ਦੇਣੀ ਹੈ ਤੇ ਸੇਲ ਦੇ ਵਿੱਚ ਕਿੰਨੇ ਪਰਸੈਂਟ ਤੁਸੀਂ ਦੀ ਪ੍ਰੋਫਿਟ ਹੋਣੀ? ਦੇਖੋ ਜੀ ਫੂਡ ਨਾਲ ਜਿਹੜਾ ਵੀ ਕਾਰੋਬਾਰ ਹੈ ਨਾ ਉਸ ਵਿੱਚ ਮਾਸ਼ਾਅੱਲਾ ਤਕਰੀਬਨ 50% ਤੁਸੀਂ ਪ੍ਰੋਫਿਟ ਹੋਣਾ ਹੈ। ਮਤਲਬ 10,000 ਰੁਪਏ ਡੇਲੀ ਨਾ ਕਰਕੇ ਨੂੰ 10,000 ਰੁਪਏ ਡੇਲੀ ਨਾ ਕਮਾने ਪੈਣੇ ਹੋ, ਯਾਨੀ ਕਿ 18-20 ਹਜ਼ਾਰ ਰੁਪਏ ਸੇਲ ਹੈ ਉਸ ਵਿੱਚ 10,000 ਰੁਪਏ ਡੇਲੀ ਦੀ ਪ੍ਰੋਫਿਟ ਹੈ। हाँ जी, इतना बचत होवे ना। क्या 10,000 ਰੁਪਏ ਕਦੇ ਡੇਲੀ ਨਹੀਂ ਬਚਤ ਹੈ ਨਾ ਤੇ ਤੁਸੀਂ ਮਹੀਨੇ ਨਾਲ 30 ਦਿਨ ਹੋਣੇ 3 ਲੱਖ ਰੁਪਏ ਤੁਸੀਂ ਕਮਾਣੇ ਪੈਣੇ ਹੋ। ਤੁਸੀਂ ਡੈਫੀਨਿਟਲੀ ਮਜ਼ੇ ਦੀ ਗੱਲ ਇਹ ਵੇ ਕਿ ਇਹ ਪੂਰੇ ਦਿਨ ਦਾ ਕੰਮ ਨਹੀਂ ਮੈਂ ਦੱਸ ਰਿਹਾ। ਸ਼ਾਮੀ ਅਸੀਂ ਆਨੇ 6 ਵਜੇ ਰਾਤੀ 11 ਵਜੇ ਖਤਮ, ਇੱਕ ਦਿਨ में 6-7 ਘੰਟੇ ਦਾ ਕੰਮ। ਹਾਂ ਠੀਕ ਹੈ, ਦਿਨੇ ਕੋਈ ਸਮਾਨ ਥੋੜਾ ਬਹੁਤ ਤਿਆਰ ਕਰਨਾ ਪੈਣਾ ਉਸ 'ਚ ਘੰਟਾ 2 ਘੰਟਾ ਲੱਗਣਾ, ਮਤਲਬ ਆਲਮੋਸਟ 7-8 ਘੰਟੇ ਨਾ ਕੰਮ ਹੈ। ਤੇ ਹੁਣ ਅੰਦਾਜ਼ਾ ਲਾ ਲਓ, ਚਲੋ 3 ਲੱਖ ਨਹੀਂ ਜਾਂ 2.5 ਨਹੀਂ 2 ਲੱਖ ਤਿਆਰ ਹੋ, 2 ਲੱਖ 7-8 ਇਹ ਸਾਰੇ ਖਰਚੇ ਕੱਟ ਕੇ ਸੈਲਰੀ ਦੇ ਕੇ ਸੈਲਰੀਆਂ ਮਿਲਣੇ ਕੱਢ ਕੇ ਤੁਹਾਨੂੰ ਦੱਸ ਰਿਹਾ ਨਾ ਕਿ ਜਿਹੜਾ 20,000 ਰੁਪਏ ਤੁਹਾਨੂੰ ਸੇਲ ਹੋ ਰਹੀ ਹੈ ਉਸ ਤੋਂ ਬਾਅਦ ਫਿਰ ਅੱਗੇ 10,000 ਰੁਪਏ ਕੱਢ ਦਿਓ, ਸਾਰੀ ਸੇਲ ਕੱਢ ਕੇ ਬਾਕੀ ਸੈਲਰੀਆਂ ਕੱਢ ਕੇ ਬਾਕੀ ਚੀਜ਼ਾਂ ਕੱਢ ਕੇ ਤੇ ਇਤਨਾ ਬਚ ਪੈਣਾ। ਮੈਂ ਤੁਸੀਂ ਇਹਨਾਂ पे आखना क्या है कि ਤੁਸੀਂ ਵੀ ਵਾਪਸ ਆਓ ਆਪਣੇ ਮੁਲਕ ਵਿੱਚ ਤੇ ਗੋਲ ਗੱਪਿਆਂ ਨਾਲ ਕੰਮ ਸਟਾਰਟ ਕਰੋ, ਠੀਕ ਹੈ। ਮੈਂ ਤੁਸੀਂ ਇੱਕ ਮਾਡਲ ਦੱਸਿਆ ਕਿ ਆਪਣੀ ਫੈਮਿਲੀ ਵਿੱਚ ਰਹਿ ਕੇ, ਆਪਣੇ ਬੱਚਿਆਂ ਵਿੱਚ ਰਹਿ ਕੇ, ਆਪਣੇ ਭੈਣਾਂ ਭਰਾਵਾਂ ਵਿੱਚ ਰਹਿ ਕੇ, ਆਪਣੇ ਦੋਸਤਾਂ ਯਾਰਾਂ ਵਿੱਚ ਰਹਿ ਕੇ ਤੁਸੀਂ ਪਾਕਿਸਤਾਨ ਵਿੱਚ ਵੀ ਕੰਮ ਕਰ ਸਕਦੇ ਹੋ। ਬਾਹਰ ਅਸੀਂ ਮੁਲਕਾਂ 'ਚ ਜਿਸ ਟਾਈਮ ਚਲੇ ਵੀ ਨਾ इतनी ज़्यादा मेहनत करने, इतनी ज़्यादा स्ट्रगल करने, लेकिन रिवार्ड असा बहुत ज़्यादा घट मिलना है। अगर जितनी असी मेहनत बाहरले मुल्क करना है उसकी अद्धी मेहनत अपने मुल्क में रह के कदे करसा ना तो डेफिनेटली असा उस तो कई गुना ज़्यादा रिवार्ड मिलसी। बदकिस्मती नाल असी अपने पाकिस्तान में रह के काम ना करने, असी बाहरले मुल्क विन के उन्होंने कायदे कानून भी फॉलो करने और उन्हें अगे झुकने भी और अपने को दूर भी होने तो बहुत ज़्यादा मुश्किल परेशानियां होंगी। मैं बाहरले जेह्ड़े परदेसी भरान मैं उन्हें सलूट मारना कि तुसा इतना ज़्यादा मेहनत करने हो, इतनी ज़्यादा स्ट्रगल करने हो, इतनी ज़्यादा इन्वेस्टमेंट करने हो, लेकिन हर टाइम तुसा ने दिली दिमाग ने पाकिस्तान होना। कमरान भी मैं देखा कि खास तौर पर बाहर जेह्ड़े साढ़े ओवरसीज़ भाई बैठे ने वो बहुत देख रहे होंगे ने। मैं खुद भी बाहर रह के आया यार, बाहर रह के पता लगा भाई वो काम जेह्ड़ा लोग शर्मांदे ने इत्थे करन तो वो उत्थे खुशी नाल करदे ने जाके। यार इत्थे कर लो ना भाई, ਇਹ ਹੁਣ ਤੁਹਾਡੇ ਸਾਹਮਣੇ ਹੈ ਕਿੰਨੀ ਇਨਵੈਸਟਮੈਂਟ ਤੇ ਕਿੰਨਾ ਕੰਮ। ਦੇਖੋ ਚਲੋ ਮੈਂ ਦੱਸ ਰਿਹਾ ਕਿ ਚਲੋ ਬਹੁਤ ਜ਼ਿਆਦਾ ਨਾ ਜਾਓ ਯਾਰ, ਲੱਖ ਰੁਪਏ ਤੇ ਬੰਦਾ ਕਮਾ ਹੀ ਸਕਦਾ ਹੈ ਨਾ। ਲੱਖ ਰੁਪਏ ਤੁਹਾਡੇ ਮੁਲਕ ਦੇ ਵਿੱਚ ਅਗਰ ਤੁਸੀਂ ਬੈਠ ਕੇ ਕਮਾ ਰਹੇ ਹੋ ਔਰ ਬਾਹਰ 2 ਲੱਖ ਰੁਪਏ ਲੈ ਰਹੇ ਹੋ ਤੇ ਮੇਰੇ ਖਿਆਲ ਉਹ ਲੱਖ ਬਿਹਤਰ ਹੈ। ਤੁਸੀਂ ਇਧਰ ਮਾਂ ਬਾਪ ਨਾਲ ਹੋ ਆਪਣੇ, ਔਰ ਬੜੇ ਮੁਸ਼ਕਿਲਾਤ ਬੜੀ ਚੀਜ਼ਾਂ ਹੁੰਦੀਆਂ ਨੇ ਯਾਰ ਬਾਹਰ ਜਾ ਕੇ ਉਹ ਇੱਥੇ ਤੁਸੀਂ ਹੱਲ ਕਰ ਸਕਦੇ ਹੋ, ਬਾਹਰ ਨਹੀਂ ਹੱਲ ਕਰ ਸਕਦੇ।
ਮਾਸ਼ਾਅੱਲਾ ਜੀ ਅਵੈਸ ਭਾਈ ਵੀ ਤੁਸੀਂ ਗੱਲਾਂ ਬਾਜ਼ਾਂ ਕੀਤੀਆਂ ਮੈਂ ਪਰਦੇਸ ਦੇ ਖਿਲਾਫ ਹਾਂ ਪਰਦੇਸੀਆਂ ਦੇ ਖਿਲਾਫ ਨਾ ਵਾਨੇ ਠੀਕ ਹੈ ਨਾ ਔਰ ਮੈਂ ਗੋਲਗੱਪੇ ਵੀ ਇਹਨਾਂ ਨਹੀਂ ਚੈੱਕ ਕਰਨਾ ਅਗਰ ਤੁਸੀਂ ਵੀ ਗੋਲਗੱਪੇ ਕਦੇ ਖਾਣੇ ਹੋਣੇ ਨੇ ਨਾ ਤੇ ਨਿਊ ਸਿਟੀ ਵਿੱਚ ਤੁਸੀਂ ਆ ਰਹੇ ਹੋ ਔਰ ਨਿਊ ਸਿਟੀ ਵਿੱਚ ਇਹ ਬਲਾਕ ਨੇ ਵਿੱਚ ਫੂਡ ਸਟਰੀਟ ਹੈ ਬਿਹਤਰੀਨ ਕਿਸਮ ਦੇ ਇਹਨਾਂ ਨੇ ਟੇਸਟ ਨੇ ਔਰ ਇਸੇ ਤਰ੍ਹਾਂ ਦੀ ਵੀਡੀਓ ਆਉਣੀਆਂ ਰਹਿਣੀ ਤੁਸੀਂ ਇਸ ਪੇਜ ਲਾਈਕ ਕਰੋ ਫਾਲੋ ਕਰੋ ਕਮੈਂਟ ਵਿੱਚ ਆਪਣੀ ਰਾਏ ਤੁਸੀਂ ਜ਼ਰੂਰ ਦੇਣੀ ਹੈ ਖਾਸ ਕਰਕੇ ਇਸ ਬਿਜ਼ਨਸ ਨੇ ਵਾਲੇ ਨਾਲ ਕੋਈ ਵੀ ਬਿਜ਼ਨਸ ਹੈ कोई भी बिजनेस है कारोबार अपना मजा देना मिलना नेक्स्ट वीडियो आपका बहुत सारा ख्याल रखिए फिर अमान अल्लाह पाकिस्तान जिंदाबाद।